ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਦੋ ਅਹਿਮ ਖਬਰਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਸਭ ਤੋਂ ਪਹਿਲੀ ਖਬਰ ਇਹ ਹੈ ਕਿ ਕੱਲ ਭਗਵੰਤ ਮਾਨ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਬੁਲਾਇਆ ਗਿਆ। ਉਸ ਸੈਸ਼ਨ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਸਬੰਧ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਜਿਹੜਾ ਫੈਸਲਾ ਲਿਆ ਗਿਆ, ਪੰਜਾਬ ਦੇ ਅਧਿਕਾਰ ਜਿਹੜੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਕ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਕਬਜ਼ਾ ਕਰਨ ਦੀ ਚੰਡੀਗੜ੍ਹ ਦੇ ਉੱਪਰ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਉਸ ਫੈਸਲੇ ਨੂੰ ਕਾਊਂਟਰ ਕਰਨ ਦੇ ਵਾਸਤੇ ਇਹ ਸੈਸ਼ਨ ਜਿਹੜਾ ਬੁਲਾਇਆ ਗਿਆ। ਕਿੰਨਾ ਕੁ ਕਾਰਗਰ ਸਾਬਤ ਹੋਊਗਾ ਸੈਸ਼ਨ ਜਿਹੜਾ ਬੁਲਾਇਆ ਗਿਆ, ਇਹਦੇ ਵਿੱਚ ਕੀ ਚੰਡੀਗੜ੍ਹ ਬਚਾਇਆ ਜਾ ਸਕੇਗਾ ਪੰਜਾਬ ਦੇ ਲਈ? ਕੇਂਦਰ ਸਰਕਾਰ ਦੇ ਕੋਲੋਂ ਕੀ ਕੋਸ਼ਿਸ਼ਾਂ ਨੂੰ ਬੂਰ ਪਊਗਾ? ਇਹ ਕਾਮਯਾਬ ਹੋਊਗਾ? ਜੇ ਹੋਊਗਾ ਤਾਂ ਕਿੰਨਾ ਕੁ ਹੋਊਗਾ? ਤਾਂ ਹੋਰ ਕੀ ਕੁਝ ਕਰਨਾ ਪਊ? ਇਸ ਗੱਲ ਤੇ ਗੱਲਬਾਤ ਕਰਾਂਗੇ। ਤਾਂ ਉਧਰ ਐਕਸਾਈਜ਼ ਪਾਲਿਸੀ ਜਿਹੜੀ ਮਾਫ ਕਰਨਾ ਜਿਹੜੀ ਐਕਸਾਈਜ਼ ਦਾ ਜਿਹੜਾ ਵਧਾਇਆ ਉਹਨਾਂ ਨੇ, ਕਿਉਂਕਿ ਇਸ ਵਾਰ ਜਿਹੜੀ ਨਵਾਂ ਸੈਸ਼ਨ ਸ਼ੁਰੂ ਹੋਣਾ ਸੀ ਇੱਕ ਤਰੀਕੇ ਦੇ ਨਾਲ 2022 ਤੋਂ 23 ਦਾ, ਤਾਂ ਉਹ ਹੁਣ ਸਿਰਫ 3 ਮਹੀਨਿਆਂ ਦੇ ਲਈ ਐਕਸਟੈਂਡ ਕਰ ਦਿੱਤਾ ਗਿਆ ਪਿਛਲੀ ਵਾਰ ਵਾਲਾ ਹੀ। ਉਹਦਾ ਕਾਰਨ ਕੀ ਹੈ, ਉਹਦਾ ਫਾਇਦਾ ਕੀ ਹੈ, ਨੁਕਸਾਨ ਕੀ ਹੈ, ਇਸ ਤੇ ਜਿਹੜਾ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ, ਸ਼ੁਕਰੀਆ ਸੁਖਵਿੰਦਰ ਸਿੰਘ ਜੀ। ਸਰ ਸ਼ੁਰੂਆਤ ਕਿਹੜੀ ਤੋਂ ਕਰੀਏ, ਐਕਸਾਈਜ਼ ਪਾਲਿਸੀ ਤੋਂ ਕਰੀਏ ਜਾਂ ਚੰਡੀਗੜ੍ਹ ਵਾਲੇ ਮੁੱਦੇ ਤੋਂ, ਸੈਸ਼ਨ ਵਾਲੇ? ਜਿੱਥੋਂ ਮਰਜ਼ੀ ਕਰ ਲਓ ਜੀ। ਚਲੋ ਐਕਸਾਈਜ਼ ਤੋਂ ਸ਼ੁਰੂ ਕਰ ਲੈਂਦੇ ਆ ਗੱਲ। ਜਿਹੜੀ ਐਕਸਾਈਜ਼ ਦੀ ਪਾਲਿਸੀ ਹੈ ਨਾ, ਇਹ ਕਹਿ ਲਓ ਕਿ 3 ਮਹੀਨਿਆਂ ਲਈ ਐਕਸਾਈਜ਼ ਪਾਲਿਸੀ ਬਣੀ ਹੈ 30 ਜੂਨ ਤੱਕ। ਪਹਿਲੀ ਜੁਲਾਈ ਨੂੰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਐਕਸਾਈਜ਼ ਪਾਲਿਸੀ ਲੈ ਕੇ ਆਏਗੀ। ਜਿਹੜੀ ਇਹ ਪਾਲਿਸੀ ਐਕਸਟੈਂਡ ਕੀਤੀ ਗਈ, ਇਹਦਾ ਮਤਲਬ ਇਹ ਹੈ ਕਿ ਜਿਹੜੇ ਠੇਕੇ ਸ਼ਰਾਬ ਦੇ ਪਿਛਲੀ ਵਾਰ ਪੰਜਾਬ ਸਰਕਾਰ ਨੇ ਆਕਸ਼ਨ ਕਰਕੇ ਦਿੱਤੇ ਸੀਗੇ, ਉਹ ਠੇਕੇਦਾਰ ਕੰਟੀਨਿਊ ਕਰਨਗੇ। ਜਿੰਨੀਆਂ ਉਹਨਾਂ ਨੂੰ ਆਪਣਾ ਆਊਟਲੈਟਸ ਦਿੱਤੀਆਂ ਗਈਆਂ ਸੀ, ਉਨੀਆਂ ਆਊਟਲੈਟਸ ਰਹਿਣਗੀਆਂ। ਉਹਦੇ 'ਚ ਸਿਰਫ ਮਾਮੂਲੀ 1.75% ਦਾ ਜਿਹੜਾ ਐਕਸਾਈਜ਼ ਵਿੱਚ ਵਾਧਾ ਕੀਤਾ ਗਿਆ, ਤੇ ਜਿਹਦੇ ਤੋਂ ਇਹ ਕਿਹਾ ਗਿਆ ਕਿ ਸਰਕਾਰ ਨੂੰ 1900 ਕਰੋੜ ਦੀ 3 ਮਹੀਨਿਆਂ ਵਿੱਚ ਆਮਦਨ ਹੋਣ ਦੀ ਆਸ ਹੈ। ਇਹ ਜਿਹੜੀ ਐਕਸਾਈਜ਼ ਪਾਲਿਸੀ 3 ਮਹੀਨੇ ਦੀ ਪੰਜਾਬ ਸਰਕਾਰ ਨੇ ਬਣਾਈ ਹੈ, ਇਹਦੇ 'ਚ ਕੋਈ ਵੱਡੀ ਤਬਦੀਲੀ ਨਹੀਂ ਹੈਗੀ। ਇਹ ਪੁਰਾਣੇ ਸਿਸਟਮ ਦੀ ਕੰਟੀਨਿਊਏਸ਼ਨ ਹੈਗਾ। ਪਰੰਤੂ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਐਕਸਾਈਜ਼ ਨੂੰ ਲੈ ਕੇ ਇਲੈਕਸ਼ਨ ਕੈਂਪੇਨ ਦੇ ਦੌਰਾਨ ਮੁੱਦੇ ਉਠਾਏ ਗਏ ਸੀ, ਉਹਨਾਂ ਮੁੱਦਿਆਂ ਦਾ ਨਵੀਂ ਸਰਕਾਰ ਲੇਖਾ ਜੋਖਾ ਕਰਦੇ ਹੋਏ ਕਿਹੜੀਆਂ ਤਬਦੀਲੀਆਂ ਲੈ ਕੇ ਆਉਂਦੀਆਂ, ਇਹ ਗੱਲ ਤਾਂ ਚਾਹੇ 1 ਜੁਲਾਈ ਨੂੰ ਹੀ ਪਤਾ ਲੱਗੇਗੀ, ਕਿਉਂਕਿ 30 ਜੂਨ ਤੱਕ ਆਹ ਪੁਰਾਣਾ ਸਿਸਟਮ ਕੰਟੀਨਿਊ ਕਰੇਗਾ। ਸੋ ਇਹ ਜਿਹੜੀ 3 ਮਹੀਨੇ ਇਹਨਾਂ ਨੇ ਇਹ ਪੁਰਾਣੀ ਪਾਲਿਸੀ ਨੂੰ ਐਕਸਟੈਂਡ ਕੀਤਾ, ਬਹੁਤ ਮਾਮੂਲੀ ਜਿਹਾ ਇਹਦੇ 'ਚ ਰੱਦੋ-ਬਦਲ ਕਰਕੇ, ਇਹ ਕੋਈ ਵੱਡੀ ਚੀਜ਼ ਨਹੀਂ ਹੈਗੀ। ਪਰੰਤੂ ਜਿਹੜੀ 3 ਮਹੀਨੇ ਇਹਨਾਂ ਨੇ ਪੁਰਾਣੀ ਪਾਲਿਸੀ ਐਕਸਟੈਂਡ ਕੀਤੀ ਹੈ, ਇਹ ਕੀ ਦਰਸਾਉਂਦਾ ਹੈ? ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਸਰਕਾਰ ਕੋਈ ਨਵੀਂ ਤੇ ਅਲੱਗ ਕਿਸਮ ਦੀ ਐਕਸਾਈਜ਼ ਪਾਲਿਸੀ ਲੈ ਕੇ ਆਏਗੀ। ਹੁਣ ਤੁਹਾਨੂੰ ਮੈਂ ਦੱਸਾਂ ਕਿ ਕਿਉਂ ਸਾਨੂੰ ਇਸ ਗੱਲ ਦੀ ਆਸ ਹੈ ਕਿ ਪੰਜਾਬ ਦੀ ਸਰਕਾਰ ਇੱਕ ਅਲੱਗ ਕਿਸਮ ਦੀ ਨਵੀਂ ਕਿਸਮ ਦੀ ਐਕਸਾਈਜ਼ ਪਾਲਿਸੀ ਲੈ ਕੇ ਆਏਗੀ। ਜਿਹੜੀ ਐਕਸਾਈਜ਼ ਪਾਲਿਸੀ ਪਿਛਲੀਆਂ ਸਰਕਾਰਾਂ ਤੋਂ ਅਲੱਗ ਹੋਣੀ ਚਾਹੀਦੀ ਹੈ। ਜੇ ਅਲੱਗ ਨਹੀਂ ਹੁੰਦੀ, ਫਿਰ ਘੱਟੋ ਘੱਟ ਮੈਨੂੰ ਤਾਂ ਬਹੁਤ ਵੱਡੀ ਹੈਰਾਨੀ ਹੋਏਗੀ। ਗੱਲ ਇਹ ਆ ਸੁਖਵਿੰਦਰ ਸਿੰਘ, ਤੁਹਾਨੂੰ ਯਾਦ ਹੋਣਾ ਹੈ ਕਿ ਨਵਜੋਤ ਸਿੰਘ ਸਿੱਧੂ ਇਲੈਕਸ਼ਨ ਕੈਂਪੇਨ ਵਿੱਚ ਐਕਸਾਈਜ਼ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰਦੇ ਰਹੇ, ਤੇ ਐਕਸਾਈਜ਼ ਕਾਰਪੋਰੇਸ਼ਨ ਦੇ ਮੁੱਦੇ ਨੂੰ ਲੈ ਕੇ ਬਹੁਤੀ ਵਾਰ ਨਵਜੋਤ ਸਿੰਘ ਸਿੱਧੂ ਅਰਵਿੰਦ ਕੇਜਰੀਵਾਲ ਤੇ ਵੀ ਤੰਜ ਕੱਸਦੇ ਹੁੰਦੇ ਸੀ ਕਿ ਜਿਹੜੇ ਠੇਕੇਦਾਰ ਪੰਜਾਬ ਵਿੱਚ ਪਹਿਲਾਂ ਠੇਕੇਦਾਰ ਸੀ, ਉਹ ਹੁਣ ਦਿੱਲੀ ਵਿੱਚ ਜਾ ਵੜੇ। ਯਾਨੀ ਕਿ ਦਿੱਲੀ ਵਿੱਚ ਕਿਉਂ ਨਹੀਂ ਐਕਸਾਈਜ਼ ਕਾਰਪੋਰੇਸ਼ਨ ਬਣਾਈ ਗਈ? ਕੋਈ ਗੱਲ ਨਹੀਂ, ਦਿੱਲੀ 'ਚ ਕਾਰਪੋਰੇਸ਼ਨ ਬਣਾਈ ਜਾਂ ਨਹੀਂ ਬਣਾਈ, ਪਰੰਤੂ ਪੰਜਾਬ ਦੇ ਕੰਟੈਕਸਟ ਵਿੱਚ ਇਹ ਬੜੇ ਵੱਡੇ ਲੈਵਲ ਤੇ ਚਰਚਾ ਹੋਈ। ਉਹ ਆਪਾਂ ਯਾਦ ਕਰਾਉਣੀ ਆ ਆਪਣੇ ਵਿਊਅਰਜ਼ ਨੂੰ, ਤੇ ਯਾਦ ਕਰਾਉਂਦੇ ਹੋਏ ਆਪਾਂ ਇਹ ਗੱਲ ਡਿਸਕਸ ਕਰਾਂਗੇ ਕਿ ਕਿਵੇਂ ਸਾਨੂੰ ਆਸ ਹੈ ਕਿ ਨਵੀਂ ਸਰਕਾਰ ਅਲੱਗ ਕਿਸਮ ਦੀ ਐਕਸਾਈਜ਼ ਪਾਲਿਸੀ ਲੈ ਕੇ ਆਏਗੀ। ਜੇ ਮੁੱਦਾ ਇਹ ਉਠਾਇਆ ਗਿਆ ਕਿ ਪੰਜਾਬ ਦੇ ਅੰਦਰ ਜਿਹੜੇ ਐਕਸਾਈਜ਼ ਦੇ ਠੇਕੇ ਲੋਕ ਲੈਂਦੇ ਨੇ, ਉਹ ਮਤਲਬ ਦੋ ਪਾਰਟੀਆਂ, ਬਹੁਤੇ ਬੰਦੇ ਦੋਨੋਂ ਪਾਰਟੀਆਂ ਨੂੰ ਬਿਲੋਂਗ ਕਰਦੇ ਨੇ। ਉਹਨਾਂ ਚੋਂ ਕੁਝ ਪਰਿਵਾਰ ਕਾਂਗਰਸ ਦੇ ਪਰਿਵਾਰ ਨੇ, ਕੁਝ ਪਰਿਵਾਰ ਅਕਾਲੀਆਂ ਦੇ ਪਰਿਵਾਰ ਨੇ। ਤੁਸੀਂ ਇਹ ਦੇਖੋ ਵੀ ਸਰਕਾਰ ਨੇ ਪਿਛਲੇ ਸਮੇਂ ਵਿੱਚ ਜਿਹੜੀ ਹੈਗੀ ਨਾ ਏਕਾ ਅਧਿਕਾਰ, ਜਿਹਨੂੰ ਆਪਾਂ ਮੋਨੋਪੋਲੀ ਕਹਿੰਦੇ ਆ, ਕਾਰਟਲ ਕਹਿੰਦੇ ਆ, ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਟੁੱਟਿਆ। ਜਾਣੀ ਕਿ ਉਹੀ ਪਰਿਵਾਰ, ਉਹੀ ਠੇਕੇਦਾਰ ਬਾਰ-ਬਾਰ ਪੰਜਾਬ ਦੇ ਠੇਕੇ ਲੈਂਦੇ ਨੇ।
ਉਹਦੇ 'ਚ ਹੁੰਦਾ ਕੀ ਹੈ? ਉਹਦੇ 'ਚ ਜੇਕਰ ਨਾ ਸਾਰੇ ਠੇਕੇਦਾਰ ਮਿਲ ਜਾਣ ਹੈ ਜੀ, ਵੀ ਤੁਸੀਂ ਜ਼ਿਲ੍ਹੇ ਇੱਕ ਨੂੰ ਦੇ ਦਿੱਤੇ, 4 ਦੂਜੇ ਨੂੰ ਦੇ ਦਿੱਤੇ, 5 ਦੂਜੇ ਨੂੰ ਦੇ ਦਿੱਤੇ, ਆਪਸ ਵਿੱਚ ਬੈਠ ਕੇ ਸਹਿਮਤੀ ਕਰ ਲਈ ਤੇ ਇੱਕ ਹੱਦ ਤੋਂ ਅੱਗੇ ਤੁਸੀਂ ਵਧਣਾ ਨਹੀਂ ਹੈਗਾ। ਸੋ ਜਦੋਂ ਠੇਕੇਦਾਰ ਕੁਝ ਪਰਿਵਾਰਾਂ ਚੋਂ ਹੋਣ, ਉਹ ਆਪਸ ਵਿੱਚ ਬੈਠ ਕੇ ਫੈਸਲਾ ਕਰ ਲੈਣ, ਫਿਰ ਸੂਬੇ ਦੀ ਆਮਦਨ ਕਦੇ ਨਹੀਂ ਵਧੇਗੀ ਹੈ ਜੀ। ਫਿਰ ਜਿਹੜਾ ਮੁਨਾਫਾ ਉਹ ਠੇਕੇਦਾਰਾਂ ਕੋਲ ਜਾਏਗਾ। ਸੋ ਧਾਰਨਾ ਇਹ ਬਣੀ, ਖਾਸ ਕਰਕੇ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਬੜੇ ਜ਼ੋਰ ਸ਼ੋਰ ਨਾਲ ਰੇਜ਼ ਕਰਦੇ ਰਹੇ ਨੇ, ਆਮ ਆਦਮੀ ਪਾਰਟੀ ਦੇ ਬੰਦੇ ਵੀ ਰੇਜ਼ ਕਰਦੇ ਰਹੇ ਨੇ, ਉਹ ਧਾਰਨਾ ਇਹ ਬਣੀ ਕਿ ਐਕਸਾਈਜ਼ ਦੇ ਮਹਿਕਮੇ ਚੋਂ ਬੜਾ ਵੱਡਾ ਪ੍ਰੋਫਿਟ ਲੋਕਾਂ ਦੀਆਂ ਜੇਬਾਂ ਵਿੱਚ ਜਾਂਦਾ ਜੇਕਰ ਸਰਕਾਰ ਐਕਸਾਈਜ਼ ਦੀ ਕਾਰਪੋਰੇਸ਼ਨ ਬਣਾ ਲਵੇ। ਜਾਣੀ ਕਿ ਉਹ ਪਰਿਵਾਰਾਂ ਦਾ ਕੰਟਰੋਲ, ਕਬਜ਼ਾ ਇਸ ਧੰਦੇ ਚੋਂ ਖਤਮ ਕਰ ਦੇਵੇ ਜਿਹੜੇ ਪਿਛਲੇ ਸਾਲਾਂ ਤੋਂ ਕੰਟਰੋਲ ਕਰਕੇ ਬੈਠੇ ਨੇ। ਫਿਰ ਇਸ ਡਿਪਾਰਟਮੈਂਟ ਚੋਂ ਸਰਕਾਰ ਦੀ ਕਾਫੀ ਸਾਰੀ ਆਮਦਨ ਵੱਧ ਸਕਦੀ ਹੈ। ਹੁਣ ਇਹ ਗੱਲ ਜਿਹੜਾ 1900 ਕਰੋੜ 300 ਮਹੀਨਿਆਂ ਚ ਆਉਣਾ, ਇਹਦੇ ਤੋਂ ਨਹੀਂ ਪਤਾ ਲੱਗਦਾ। ਇਹ ਗੱਲ ਤਾਂ 1 ਜੁਲਾਈ ਤੋਂ ਬਾਅਦ ਚ ਲੱਗੂਗੀ। ਜਾਣੀ ਕੀ ਨਵੀਂ ਭਗਵੰਤ ਮਾਨ ਦੀ ਸਰਕਾਰ ਐਕਸਾਈਜ਼ ਕਾਰਪੋਰੇਸ਼ਨ ਬਣਾਉਂਦੀ ਹੈ। ਜੇ ਐਕਸਾਈਜ਼ ਕਾਰਪੋਰੇਸ਼ਨ ਬਣਾਉਂਦੀ ਹੈ, ਜਿਹੜੇ ਪ੍ਰਾਈਵੇਟ ਠੇਕੇਦਾਰ ਠੇਕੇ ਲੈਂਦੇ ਨੇ ਉਹਨਾਂ ਨੂੰ ਬਾਹਰ ਕੱਢ ਕੇ, ਜਿਹਦੇ ਤੋਂ 2 ਨਵੀਆਂ ਕਿਸਮ ਦੀਆਂ ਚੀਜ਼ਾਂ ਹੋਣਗੀਆਂ। ਇੱਕ, ਜੇ ਵਾਕਿਆ ਹੀ ਐਕਸਾਈਜ਼ ਤੋਂ ਬਹੁਤ ਵੱਡਾ ਪ੍ਰੋਫਿਟ ਲੋਕਾਂ ਦੀਆਂ ਜੇਬਾਂ ਵਿੱਚ ਜਾਂਦਾ, ਉਹ ਸਰਕਾਰ ਦੀ ਆਮਦਨ ਦੇ ਰੂਪ ਵਿੱਚ ਬਣ ਜਾਏਗਾ, ਉਹ ਸਰਕਾਰ ਦੀ ਆਮਦਨ ਬਣ ਜਾਏਗੀ। ਦੂਜੀ ਗੱਲ, ਜਿਵੇਂ ਆਮ ਤੌਰ ਤੇ ਧਾਰਨਾ ਦਲੀਲ ਦਿੱਤੀ ਜਾਂਦੀ ਸੀਗੀ ਕਿ ਜਦੋਂ ਤੁਸੀਂ ਸ਼ਰਾਬ ਦੇ ਠੇਕੇ ਸਰਕਾਰ ਚਲਾਏਗੀ, ਫਿਰ ਚਲੋ ਚਾਹੇ ਜੌਬ ਤਾਂ ਛੋਟੀ ਕਿਸਮ ਦੀਆਂ ਹੋਣਗੀਆਂ, ਤੁਸੀਂ ਸਰਕਾਰ ਲੋਕਾਂ ਨੂੰ ਥੋੜੇ ਬਹੁਤੇ ਰੁਜ਼ਗਾਰ ਵੀ ਦੇ ਸਕਦੀ ਹੈ। ਸੋ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਤੇ ਸਰਕਾਰ ਦੀ ਆਮਦਨ ਵੀ ਵਧੇਗੀ। ਤੀਜੀ ਚੀਜ਼, ਫਿਰ ਇੱਕ ਕੰਟਰੋਲ ਰੇਟ ਤੇ ਦੇਖੋ, ਚਾਹੇ ਅਸੀਂ ਸ਼ਰਾਬ ਦੀ ਵਕਾਲਤ ਨਹੀਂ ਕਰਦੇ, ਪਰੰਤੂ ਜੇ ਸ਼ਰਾਬ ਸੂਬੇ ਵਿੱਚ ਵਿਕਣੀ ਹੈ, ਫਿਰ ਇਸ ਗੱਲ ਦੀ ਆਸ ਜ਼ਰੂਰ ਰੱਖਦੇ ਆ ਕਿ ਲੋਕਾਂ ਨੂੰ ਸਪੂਰੀਅਸ ਸ਼ਰਾਬ ਨਹੀਂ ਮਿਲੇਗੀ, ਜਿਹੜੀ ਸ਼ਰਾਬ ਪੀ ਕੇ ਬੰਦਿਆਂ ਦੀਆਂ ਮੌਤਾਂ ਹੁੰਦੀਆਂ ਜੀ। ਸੋ ਠੀਕ ਸ਼ਰਾਬ ਮਿਲੇ, ਸਪੂਰੀਅਸ ਕਿਸਮ ਦੀ ਜਾਲੀ ਸ਼ਰਾਬ ਨਾ ਮਿਲੇ, ਠੀਕ ਭਾਅ ਤੇ ਮਿਲੇ ਤੇ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇ। ਇਹ ਨਵੀਆਂ ਚੀਜ਼ਾਂ ਅਸੀਂ ਨਵੀਂ ਸਰਕਾਰ ਦੀ ਐਕਸਾਈਜ਼ ਪਾਲਿਸੀ ਤੋਂ ਆਸ ਕਰਦੇ ਹਾਂ। ਪਰੰਤੂ ਇਹ ਗੱਲ ਦਾ ਪਤਾ 1 ਜੁਲਾਈ ਨੂੰ ਹੀ ਲੱਗੇਗਾ। ਇਹ ਜਿਹੜੀ 3 ਮਹੀਨੇ ਦੀ ਐਕਸਾਈਜ਼ ਦੀ ਪਾਲਿਸੀ ਹੈ, ਇਹ ਪੁਰਾਣੀ ਪਾਲਿਸੀ ਦੀ ਕੰਟੀਨਿਊਏਸ਼ਨ ਹੈ, ਕਿਉਂਕਿ ਸਰਕਾਰ ਨੂੰ ਬਹੁਤਾ ਸਮਾਂ ਮਿਲਿਆ ਨਹੀਂ, ਕਿਉਂਕਿ ਕਈ ਚੀਜ਼ਾਂ ਦਾ ਸਰਕਾਰ ਨੇ ਫੈਸਲਾ ਕਰਨਾ। ਕਿਹੜੀਆਂ ਚੀਜ਼ਾਂ? ਕੀ ਸਰਕਾਰ ਨੇ ਕਾਰਪੋਰੇਸ਼ਨ ਬਣਾਉਣੀ ਆ, ਜਾਂ ਸਰਕਾਰ ਨੇ ਪਹਿਲਾਂ ਵਾਲਾ ਸਿਸਟਮ ਜਿਹੜਾ ਆਕਸ਼ਨ ਦਾ ਉਹਨੂੰ ਕੰਟੀਨਿਊ ਕਰਨਾ ਹੈ ਜੀ। ਤੇ ਜਿਹੜੀ ਸ਼ਰਾਬ ਦੀਆਂ ਆਊਟਲੈਟਸ ਦਾ ਨੰਬਰ ਕੀ ਹੋਏਗਾ, ਉਹਦੇ ਚ ਕਿਹੜੀਆਂ ਵੱਡੀਆਂ ਤਬਦੀਲੀਆਂ ਕਰਨਗੇ, ਇਹ ਸਾਰੀਆਂ ਕੀ ਲੱਗਦਾ ਕਿ ਜਿਹੜੀ ਸਿਰਫ 3 ਮਹੀਨਿਆਂ ਲਈ ਐਕਸਟੈਂਡ ਕੀਤੀ ਗਈ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੋਊਗਾ ਕਿ ਭਾਈ ਇਹ ਤਾਂ ਸਾਲ ਲਈ ਹੁੰਦੀ ਸੀਗੀ, ਜੇ 3 ਮਹੀਨਿਆਂ ਲਈ ਐਕਸਟੈਂਡ ਕਰਨੀ ਪਈ ਤਾਂ ਕੀ ਕਾਰਨ ਜਿਹੜਾ ਰਹਿ ਸਕਦੇ ਆ ਕਿ ਹਾਲੇ ਤੱਕ ਉਹ ਬਣਾ ਨਹੀਂ ਪਾਏ, ਸਮਾਂ ਨਹੀਂ ਮਿਲਿਆ, ਜਾਂ ਕੀ ਕੁਝ ਗੱਲਬਾਤ? ਜਿਸ ਤਰੀਕੇ ਨਾਲ 1440 ਕਰੋੜ ਦੀ ਉਹਨਾਂ ਨੇ ਗੱਲ ਕੀਤੀ ਹੈ ਘੱਟ ਤੋਂ ਘੱਟ, ਤੇ 1900 ਕੁਝ ਦੀ ਕਰੋੜ ਦੀ ਆਉਣ ਦੀ ਆਸ ਕੀਤੀ ਹੈ, ਤਾਂ ਫਿਰ ਇਸ ਹਿਸਾਬ ਦੇ ਨਾਲ ਜੇ ਇਹਨਾਂ ਦੇ ਸਾਲ ਦੇ ਹਿਸਾਬ ਦੇ ਨਾਲ ਕਿੰਨੇ ਕੁ ਪੈਸੇ ਬਣ ਸਕਦੇ ਆ, ਤੇ ਅੱਗੇ ਆਉਣ ਵਾਲੇ ਪਾਲਿਸੀ ਜਿਹੜੀ ਇਹਨਾਂ ਨੇ ਬਣਾਉਣੀ ਹੈ ਕਿ ਉਸ ਦੀ ਝਲਕ ਇਹਦੇ ਵਿੱਚੋਂ ਦਿਖਦੀ ਹੈ ਮਾੜੀ ਮੋਟੀ ਕਿਤੇ ਕਿ ਨਹੀਂ? ਦੇਖੋ ਜੀ, ਸਰਕਾਰ ਨੇ ਇਹ ਜਿਹੜੀ ਐਡਹੌਕ ਪਾਲਿਸੀ 3 ਮਹੀਨੇ ਲਈ ਲਿਆਂਦੀ ਹੈ, ਇਹਦੇ ਤੋਂ ਇਹ ਲੱਗਦਾ ਹੈ ਕਿ ਸਰਕਾਰ ਨੇ ਕੁਝ ਵੱਡੇ ਫੈਸਲੇ ਲੈਣੇ ਨੇ ਤੇ ਵੱਡੇ ਫੈਸਲੇ ਲੈਣ ਤੋਂ ਬਾਅਦ ਉਹਦੀ ਤਿਆਰੀ ਕਰਨੀ ਹੈ। ਇਸ ਕਰਕੇ 3 ਮਹੀਨੇ ਦਾ ਸਮਾਂ ਲਿਆ ਗਿਆ। ਜੇ ਵਾਕਿਆ ਹੀ ਸਰਕਾਰ ਨੇ ਕਾਰਪੋਰੇਸ਼ਨ ਬਣਾਉਣੀ ਹੈ, ਫਿਰ ਉਸ ਕਾਰਪੋਰੇਸ਼ਨ ਦੀ ਤਿਆਰੀ ਲਈ 3 ਮਹੀਨੇ ਦਾ ਸਮਾਂ ਕੋਈ ਜ਼ਿਆਦਾ ਸਮਾਂ ਨਹੀਂ ਹੈਗਾ। ਜੇ ਸਰਕਾਰ ਨੇ ਠੇਕੇਦਾਰਾਂ ਨੂੰ ਠੇਕੇ ਦੇਣੇ ਹੁੰਦੇ, ਫਿਰ ਤਾਂ ਮਤਲਬ 1 ਮਹੀਨੇ 'ਚ ਦੁਬਾਰਾ ਉਹ ਕੰਮ ਹੋ ਸਕਦਾ ਸੀ। ਸੋ 3 ਮਹੀਨੇ ਪੁਰਾਣੀ ਪਾਲਿਸੀ ਨੂੰ ਕੰਟੀਨਿਊ ਕਰਨਾ ਤੇ ਨਵੀਂ ਪਾਲਿਸੀ 1 ਜੁਲਾਈ ਤੋਂ ਲੈ ਕੇ ਆਉਣ ਦੀ ਜਿਹੜੀ ਇਹ ਡੈਕਲੇਰੇਸ਼ਨ ਹੈਗੀ ਆ, ਇਹ ਆਪਣੇ ਆਪ 'ਚ ਦਰਸਾਉਂਦੀ ਹੈ ਕਿ ਸਰਕਾਰ ਐਕਸਾਈਜ਼ ਪਾਲਿਸੀ ਵਿੱਚ ਕੋਈ ਵੱਡੀਆਂ ਤਬਦੀਲੀਆਂ ਕਰੇਗੀ, ਵਰਨਾ 3 ਮਹੀਨੇ ਲਈ ਪੁਰਾਣੀ ਪਾਲਿਸੀ ਐਕਸਟੈਂਡ ਨਹੀਂ ਸੀ ਕਰ ਸਕਦੇ। ਅੱਛਾ, ਹੁਣ ਤੁਸੀਂ ਕਹੋਗੇ ਇਮੀਡੀਏਟਲੀ ਕਿਉਂ ਨਹੀਂ ਕੀਤਾ? ਇਮੀਡੀਏਟਲੀ ਇਸ ਕਰਕੇ ਨਹੀਂ ਕੀਤਾ, ਜੇ ਕਾਰਪੋਰੇਸ਼ਨ ਬਣਾਉਣੀ ਹੈ ਉਹਦੇ ਲਈ ਲੋੜੀਂਦੇ ਪ੍ਰਬੰਧ ਵੀ ਕਰਨੇ, ਕਿਉਂਕਿ ਕਾਰਪੋਰੇਸ਼ਨ ਦਾ ਮਤਲਬ ਇਹ ਆ ਕਿ ਫਿਰ ਜਿਹੜਾ ਲਿਕੁਇਡ ਟ੍ਰੇਡ ਹੈ ਉਹਨੂੰ ਸਰਕਾਰ ਚਲਾਏਗੀ। ਜੇ ਕੱਲ ਨੂੰ ਮਤਲਬ ਸਰਕਾਰ ਕਾਰਪੋਰੇਸ਼ਨ ਤਾਂ ਬੁਲਾ ਲਵੇ, ਪਰੰਤੂ ਉਹਦੇ ਲਈ ਲੋੜੀਂਦੇ ਪ੍ਰਬੰਧ ਨਾ ਕਰੇ, ਜੇ ਕਾਰਪੋਰੇਸ਼ਨ ਤੋਂ
ਆਮਦਨ ਜਿਵੇਂ ਪ੍ਰੋਜੈਕਟ ਕੀਤੀ ਜਾਂਦੀ ਉਹ ਨਾ ਹੋਵੇ, ਫਿਰ ਤੇ ਸਰਕਾਰ ਦਾ ਪ੍ਰੋਜੈਕਟ ਫੇਲ ਹੋ ਜਾਏਗਾ। ਸੋ ਸਰਕਾਰ ਨੂੰ ਇਸ ਗੱਲ ਦਾ ਆਪਣੇ ਆਪ ਨੂੰ ਪਹਿਲਾਂ ਤਾਂ ਯਕੀਨ ਦਿਵਾਉਣਾ ਕਿ ਵਾਕਈ ਹੀ ਕਾਰਪੋਰੇਸ਼ਨ ਬਣਾਉਣ ਵਿੱਚ ਸਰਕਾਰ ਦਾ ਫਾਇਦਾ। ਦੂਜਾ, ਜੇ ਕਾਰਪੋਰੇਸ਼ਨ ਬਣਾਉਣੀ ਆ ਤੇ ਕਾਰਪੋਰੇਸ਼ਨ ਇਸ ਤਰੀਕੇ ਨਾਲ ਬਣਾਈ ਜਾਵੇ ਕਿ ਉਹਦੇ ਵਿੱਚ ਫਿਰ ਕੋਈ ਹੇਰਾ ਫੇਰੀ, ਪਿਲਫਰੇਜ ਵਗੈਰਾ ਦੀ ਸੰਭਾਵਨਾ ਨਾ ਰਹੇ, ਵਾਕਿਆ ਹੀ ਸਰਕਾਰ ਦੀ ਆਮਦਨ ਵਧੇ। ਸੋ ਉਹਦੇ ਲਈ ਲੋੜੀਂਦੀਆਂ ਸਰਕਾਰੀ ਤਿਆਰੀਆਂ ਕਰਨੀਆਂ ਪੈਂਦੀਆਂ ਨੇ, ਕਰਨੀਆਂ ਬਣਦੀਆਂ ਨੇ, ਔਰ ਉਹਦੇ ਲਈ ਸਮਾਂ ਚਾਹੀਦਾ ਹੈਗਾ। ਇਸ ਨੂੰ ਕਿਵੇਂ ਦੇਖਿਆ ਜਾਵੇ, ਜਿਹੜੀ 3 ਮਹੀਨੇ ਲਈ ਹੈ ਨਾ, ਕਿ ਇਸ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਹੈ ਜਾਂ ਕਿਵੇਂ ਲਿਆ ਜਾਵੇ ਇਸ ਨੂੰ? ਇਹਨੂੰ ਤੁਸੀਂ ਕਿਸੇ ਤਰੀਕੇ ਨਾਲ ਦੇਖੋ। ਤੁਸੀਂ ਸਰਕਾਰ ਕੋਲ ਕੋਈ ਅਲਟਰਨੇਟਿਵ ਨਹੀਂ ਸੀਗਾ। ਜੇ ਸਰਕਾਰ ਹੁਣ ਪੈਂਦੀ ਸੱਟੇ ਸਾਲ ਲਈ ਠੇਕੇ ਦੇ ਦਿੰਦੀ, ਫਿਰ ਜਿਹੜੀ ਚੇਂਜ ਕਰਨਾ ਚਾਹੁੰਦੇ ਸੀ ਉਹ 1 ਸਾਲ ਪਿੱਛੇ ਪੈ ਜਾਂਦੀ। ਤੇ ਇਹ ਅੱਛਾ, ਤੇ ਜੇ ਇਮੀਡੀਏਟ ਕਰਦੀ ਤੇ ਫਿਰ ਇਹ ਹੋਣਾ ਸੀਗਾ ਕਿ ਤੁਸੀਂ ਮਤਲਬ ਆਪਣਾ ਭੱਜ ਨੱਠ ਵਿੱਚ, ਜਲਦਬਾਜ਼ੀ ਵਿੱਚ ਕੋਈ ਫੈਸਲਾ ਲੈ ਲਿਆ ਜਿਹਦੇ ਸਿੱਟੇ ਗਲਤ ਨਿਕਲ ਸਕਦੇ ਸੀਗੇ। ਸੋ ਮੈਂ ਸਮਝਦਾ ਕਿ ਜੋ ਸਰਕਾਰ ਨੇ ਕੀਤਾ ਠੀਕ ਕੀਤਾ ਕਿ ਤੁਸੀਂ ਤਿੰਨ ਉਹ ਮਤਲਬ ਇਹ ਹੈ ਕਿ ਜੇ ਪਿਛਲੇ ਇੰਨੇ ਸਾਲਾਂ ਤੋਂ ਇਸ ਕਿਸਮ ਦੀ ਐਕਸਾਈਜ਼ ਪਾਲਿਸੀ ਚੱਲਦੀ ਰਹੀ ਹੈ, ਫਿਰ 3 ਮਹੀਨੇ ਹੋਰ ਚਲਾ ਲਓ। ਉਹਦੇ ਚ ਕੋਈ ਜੇ ਫਾਰ ਐਗਜ਼ਾਮਪਲ ਸਾਲਾਂ ਬੱਧੀ ਸਰਕਾਰ ਨੂੰ ਐਕਸਾਈਜ਼ ਤੋਂ ਇੰਨਾ ਕੁ ਪੈਸਾ ਮਿਲਦਾ ਰਿਹਾ, ਜਿਹੜਾ ਪੈਸਾ ਹੁਣ 3 ਮਹੀਨੇ ਅਗਲੇ 3 ਮਹੀਨੇ ਮਿਲੇਗਾ, ਇੰਨਾ ਕੀ ਮਿਲਦਾ ਰਿਹਾ ਨਾ, 5 ਕਰੋੜ ਦੇ ਲਗਭਗ ਆਪਣਾ ਹੈ ਜੀ, ਇੰਨਾ ਹੀ ਮਿਲਦਾ ਰਿਹਾ ਨਾ। ਬਿਲਕੁਲ 3500 ਕਰੋੜ ਜਿਹੜਾ ਦੱਸਿਆ ਜਾ ਰਿਹਾ ਸੀਗਾ ਕਿ ਇੰਨਾ ਕੁ ਜਿਹੜਾ ਮਿਲਦਾ ਰਿਹਾ। ਨਹੀਂ, ਸਾਲ ਦਾ ਤਾਂ 6 ਕਰੋੜ ਦੇ ਲਗਭਗ, 6000 ਕਰੋੜ ਦੇ ਲਗਭਗ ਹੈ। ਤੇ ਇਹ ਜਿਹੜਾ 1900 ਕਰੋੜ 3 ਮਹੀਨਿਆਂ ਦਾ ਬਣਿਆ, ਤੇ ਇਹ ਸਮਝ ਲਓ ਤੁਸੀਂ 600 ਕਰੋੜ ਤੋਂ ਵੱਧ ਮਹੀਨੇ ਦਾ ਹੋ ਗਿਆ ਨਾ। ਸੋ ਇੰਨਾ ਕੁ ਹੀ ਰੈਵਨਿਊ ਸਰਕਾਰ ਨੂੰ ਪਿਛਲੇ ਸਾਲਾਂ ਵਿੱਚ ਆਉਂਦਾ ਰਿਹਾ। ਜੇ ਹੁਣ ਸਰਕਾਰ 2000 ਕਰੋੜ ਮਹੀਨੇ ਦਾ ਕਮਾਉਣਾ ਚਾਹੁੰਦੀ ਹੈ ਜਾਂ 2500 ਕਰੋੜ ਮਹੀਨੇ ਦਾ ਕਮਾਉਣਾ ਚਾਹੁੰਦੀ ਹੈ, ਇਹ ਤੇ ਫਿਰ ਬਾਅਦ 'ਚ ਹੀ ਪਤਾ ਲੱਗੇਗਾ ਨਾ। ਸੋ ਇਹ ਤਾਂ ਪੁਰਾਣੀ ਪਾਲਿਸੀ ਦੀ ਕੰਟੀਨਿਊਸ਼ਨ ਹੈ, ਜਿਹਦਾ ਮੇਰਾ ਇਹ ਹੋਇਆ ਕਿ ਜਿੰਨਾ ਰੈਵਨਿਊ ਤੁਹਾਨੂੰ ਪਿਛਲੇ ਸਮੇਂ 'ਚ ਆਉਂਦਾ ਰਿਹਾ ਉਹ 3 ਮਹੀਨੇ ਵੀ ਉਨਾ ਹੀ ਆਉਣ ਦਿਓ। 3 ਮਹੀਨੇ ਤੋਂ ਬਾਅਦ ਕੋਈ ਨਵੀਂ ਪਾਲਿਸੀ ਲੈ ਕੇ ਆਵਾਂਗਾ ਜਿਹਦੇ ਨਾਲ ਵਾਕਿਆ ਹੀ ਸਰਕਾਰ ਦੀ ਆਮਦਨ ਵੱਧ ਸਕੇ। ਬਿਲਕੁਲ। ਤਾਂ ਅਗਲੀ ਖਬਰ ਦੀ ਡਾਕਟਰ ਸਾਹਿਬ ਆਪਾਂ ਗੱਲਬਾਤ ਕਰੀਏ। ਅਗਲੀ ਖਬਰ ਜਿਹੜੀ ਹੈ ਕਿ ਜਿਹੜਾ ਚੰਡੀਗੜ੍ਹ ਵਾਲਾ ਫੈਸਲਾ ਕੀਤਾ ਗਿਆ ਸੀਗਾ ਕੇਂਦਰ ਦੇ ਵੱਲੋਂ, ਸਿੱਧੇ ਤੌਰ ਤੇ ਪੰਜਾਬ ਤੋਂ ਵੱਖ ਕਰਨ ਦੀ ਕੋਸ਼ਿਸ਼, ਪੰਜਾਬ ਤੋਂ ਅਧਿਕਾਰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਵਾਲਾ ਜਿਹੜਾ ਫੈਸਲਾ ਸੀਗਾ, ਜਿਹੜਾ ਉਹਨਾਂ ਨੇ ਆਪਣਾ ਜਿਹੜੇ ਉੱਥੇ ਅਫਸਰ ਲਗਾਉਣ ਵਾਲੀ ਗੱਲ ਕੀਤੀ ਸੀ, ਤਾਂ ਉਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਕਿਹਾ ਜਾ ਰਿਹਾ ਕਿ ਕੱਲ ਦਾ ਜਿਹੜਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ, ਇਹ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਚੰਡੀਗੜ੍ਹ ਬਚਾ ਲੇਗੀ ਪੰਜਾਬ ਸਰਕਾਰ, ਜਾਂ ਰਾਹ ਕੁਝ ਹੋਰ ਵੀ ਅਪਣਾਉਣਾ ਪੈ ਸਕਦਾ? ਪਹਿਲਾਂ ਤਾਂ ਆਪਾਂ ਵੀਅਰਸ ਨੂੰ ਇਹ ਗੱਲ ਦਸੀਏ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਦੇ ਤੌਰ ਤੇ ਨਹੀਂ ਬਣਿਆ। ਚੰਡੀਗੜ੍ਹ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਬਣਿਆ ਔਰ ਪੰਜਾਬ ਦੀ ਕੈਪੀਟਲ ਰਿਹਾ। ਤੇ 66 ਤੋਂ ਬਾਅਦ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਇਸ ਕਰਕੇ ਬਣਾਉਣ ਦੀ ਲੋੜ ਪਈ ਕਿ ਜਿਹੜੇ ਇਹ ਪੰਜਾਬ ਹਰਿਆਣਾ 2 ਸੂਬੇ ਬਣੇ, ਉਹਨਾਂ ਲਈ ਇੱਕ ਸਾਂਝੀ ਆਪਣਾ ਕੈਪੀਟਲ ਦੀ ਲੋੜ ਇਸ ਕਰਕੇ ਪੈ ਗਈ ਕਿ ਜਿਹੜਾ ਹਰਿਆਣੇ ਦਾ ਸਟੇਟ ਸੀ ਉਹਦੇ ਲਈ ਕੈਪੀਟਲ ਦਾ ਪ੍ਰਬੰਧ ਨਹੀਂ ਹੋ ਸਕਿਆ। ਸੋ ਤੁਸੀਂ ਇਹ ਕਹਿ ਲਓ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣਨ ਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਸਦਾ ਹੀ ਯੂਨੀਅਨ ਟੈਰੀਟਰੀ ਰਹੇਗੀ। ਚੰਡੀਗੜ੍ਹ ਯੂਨੀਅਨ ਟੈਰੀਟਰੀ ਸਿਰਫ ਇਸ ਕਰਕੇ ਬਣਾਈ ਗਈ ਕਿ ਇਸ ਯੂਨਿਟਰੀ ਟੈਰੀਟਰੀ ਨੂੰ 2 ਰਾਜਾਂ ਦੀ ਸਾਂਝੀ ਕੈਪੀਟਲ ਬਣਾਉਣਾ ਸੀਗਾ ਜੀ। ਫਿਰ ਅਗਲੀ ਗੱਲ ਯਾਦ ਕਰੋ ਕਿ ਚੰਡੀਗੜ੍ਹ ਪਹਿਲਾਂ ਵੀ ਪੰਜਾਬ ਦੀ ਕੈਪੀਟਲ ਸੀਗਾ ਔਰ ਚੰਡੀਗੜ੍ਹ ਦੇ ਲਈ ਬੜੀਆਂ ਵੱਡੀਆਂ ਲੜਾਈਆਂ ਅਕਾਲੀ ਦਲ ਨੇ ਖਾਸ ਕਰਕੇ ਲੜਾਈਆਂ ਦੀ ਗੱਲ ਛੱਡੋ, ਚਲੋ ਉਹ ਤਾਂ ਇੱਕ ਪਾਰਟੀ ਦੀ ਲੜਾਈ ਸੀਗੀ। ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਉਸ ਅਕੋਰਡ ਵਿੱਚ ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਵਾਲੀ ਗੱਲ ਮੰਨ ਲਈ ਗਈ ਸੀਗੀ ਔਰ ਬਿਲਕੁਲ ਲਾਸਟ ਮਿੰਟ ਤੇ ਉਹ ਗੱਲ ਖੱਟੇ 'ਚ ਪੈ ਗਈ ਕਿਉਂਕਿ ਹੋਰ ਕਈ ਮੁੱਦਿਆਂ ਨੂੰ ਲੈ ਕੇ ਜਿਹੜੀ ਸਹਿਮਤੀ ਨਹੀਂ ਹੋ ਸਕੀ। ਸੋ ਅੱਛਾ, ਤੀਜੀ ਚੀਜ਼ ਤੁਸੀਂ ਇਹ ਨੋਟ ਕਰੋ, ਲਗਭਗ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਪੰਜਾਬ ਜਿਹੜੀ ਚੰਡੀਗੜ੍ਹ ਆ ਉਹ ਪੰਜਾਬ ਦੀ ਕੈਪੀਟਲ ਹੈ, ਇਨਕਲੂਡਿੰਗ BJP। ਸੋ ਹੁਣ ਜਿਹੜਾ ਇਹ ਸਪੈਸ਼ਲ ਸੈਸ਼ਨ ਬੁਲਾਇਆ ਹੈ, ਸਪੈਸ਼ਲ ਸੈਸ਼ਨ ਵਿੱਚ ਇਹ ਗੱਲ ਕਲੀਅਰ ਹੋ ਜਾਏਗੀ ਕਿ BJP ਜਿਹਦੇ 2 MLAs ਹੈਗੇ ਨੇ ਪੰਜਾਬ ਅਸੈਂਬਲੀ ਵਿੱਚ, ਉਹ ਕੀ ਸਟੈਂਡ ਲੈਂਦੇ ਨੇ। ਬਾਕੀ ਪਾਰਟੀਆਂ ਦਾ ਸਟੈਂਡ ਤੇ ਕਲੀਅਰ ਹੀ ਹੈ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਸੈਂਟਰ ਦਾ ਮੂਵ ਹੈ ਉਹਨੇ ਕੀ ਸਮੱਸਿਆ ਕ੍ਰੀਏਟ ਕੀਤੀ ਹੈ। ਸੋ ਪਹਿਲੀ ਗੱਲ ਤਾਂ ਇਹ ਹੋ ਗਈ ਨਾ ਕਿ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਸੀਗਾ ਤੇ ਚੰਡੀਗੜ੍ਹ ਨੇ ਅੱਗੇ ਜਾ ਕੇ ਪੰਜਾਬ ਦੀ ਕੈਪੀਟਲ ਬਣਨਾ, ਪਰੰਤੂ ਚੰਡੀਗੜ੍ਹ ਯੂਨਿਟਰੀ ਟੈਰੀਟਰੀ ਇਸ ਕਰਕੇ ਇਸ ਵੇਲੇ ਰੱਖਿਆ ਜਾ ਰਿਹਾ
ਕਿਉਂਕਿ ਹਰਿਆਣੇ ਦੀ ਅਲੱਗ ਕੈਪੀਟਲ ਨਹੀਂ ਬਣ ਸਕੀ। ਜਿੱਦਣ ਹਰਿਆਣੇ ਦੀ ਅਲੱਗ ਕੈਪੀਟਲ ਬਣ ਗਈ ਫਿਰ ਚੰਡੀਗੜ੍ਹ ਨੇ ਪੰਜਾਬ ਦੀ ਕੈਪੀਟਲ ਬਣਨਾ। ਅੱਛਾ, ਇਹ ਜਿਹੜਾ ਸੈਂਟਰ ਗਵਰਨਮੈਂਟ ਦਾ ਮੂਵ ਹੈ ਇਹਦਾ ਮਾਇਨਾ ਕੀ ਹੈ? ਜਦੋਂ ਜਦੋਂ ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣ ਗਿਆ ਤੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਕੈਪੀਟਲ ਬਣ ਗਿਆ, ਦੋ ਸੂਬਿਆਂ ਦੀ ਸਾਂਝੀ ਕੈਪੀਟਲ ਚੰਡੀ ਬਣ ਗਿਆ, ਫਿਰ ਜਿਹੜੇ ਚੰਡੀਗੜ੍ਹ ਦੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਮੁਲਾਜ਼ਮ ਅਫਸਰ ਸੀ ਉਹਨਾਂ ਬਾਰੇ ਕੀ ਫੈਸਲਾ ਲਿਆ ਗਿਆ ਕਿ ਜੋ ਮੁਲਾਜ਼ਮਾਂ ਦੀ ਅਫਸਰਾਂ ਦੀ ਲੋੜ ਚੰਡੀਗੜ੍ਹ ਵਿੱਚ ਪਏਗੀ ਉਹਦੇ ਚੋਂ 60% ਕੌਣ ਸਪਲਾਈ ਕਰੇਗਾ? ਪੰਜਾਬ ਕਰੇਗਾ। 40% ਕੌਣ ਸਪਲਾਈ ਕਰੇਗਾ? ਹਰਿਆਣਾ ਕਰੇਗਾ। ਤੇ ਨਾਲ ਇਹ ਗੱਲ ਦਾ ਫੈਸਲਾ ਕੀਤਾ ਗਿਆ ਕਿ ਇਹਨਾਂ ਦੇ ਜਿਹੜੇ ਐਮੋਲੂਮੈਂਟਸ ਨੇ, ਸਰਵਿਸ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕੀ ਹੋਣਗੀਆਂ? ਇਹਨਾਂ ਦੀਆਂ ਸਰਵਿਸ ਕੰਡੀਸ਼ਨਸ ਉਹ ਹੋਣਗੀਆਂ ਜਿਹੜੀਆਂ ਸਰਵਿਸ ਕੰਡੀਸ਼ਨ ਪੰਜਾਬ ਦੇ EMPLOYEES ਦੀਆਂ ਹੈ ਜੀ। ਇਹ ਫੈਸਲੇ ਲਏ ਗਏ। ਹੁਣ ਜਿਹੜੇ ਯੂਨੀਅਨ ਟੈਰੀਟਰੀ ਦੇ EMPLOYEES ਨੇ, ਮੁਲਾਜ਼ਮ ਨੇ, ਅਫਸਰ ਨੇ, ਉਹਨਾਂ ਦੇ ਤੁਸੀਂ ਜਿਹੜੇ ਸਰਵਿਸ ਕੰਡੀਸ਼ਨ ਬਦਲ ਕੇ ਸੈਂਟਰ ਵਾਲੇ ਕਰ ਦਿੱਤੇ। ਜਦ ਕਿ ਪਿਛੋਕੜ ਕੀ ਹੈ? ਪਿਛੋਕੜ ਤੁਹਾਨੂੰ ਮੈਂ ਦੱਸ ਰਿਹਾ। ਪਿਛੋਕੜ ਇਹ ਸੀ ਕਿ 60-40 ਵਿੱਚ ਅਫਸਰ ਦੋਨਾਂ ਸੂਬਿਆਂ ਤੋਂ ਆਉਣਗੇ ਤਾਂ ਉਹਨਾਂ ਸੂਬਿਆਂ ਦੇ ਸਰਵਿਸ ਕੰਡੀਸ਼ਨ ਕਿਹੜੇ ਹੋਣਗੇ? ਜਿਹੜੇ ਪੰਜਾਬ ਗਵਰਨਮੈਂਟ ਵਾਲੇ ਹੋਣਗੇ। ਹੁਣ ਚੁੱਕ ਕੇ ਤੁਸੀਂ ਕਰਤੇ ਕੇਂਦਰ ਵਾਲੇ। ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਚੰਡੀਗੜ੍ਹ ਨੂੰ, ਜਿਹੜੀ ਇਸ ਵੇਲੇ ਕੁਝ ਕਾਰਨਾਂ ਕਰਕੇ ਯੂਨੀਅਨ ਟੈਰੀਟਰੀ ਹੈ, ਪੱਕੇ ਤੌਰ ਤੇ ਯੂਨੀਅਨ ਟੈਰੀਟਰੀ ਨਹੀਂ ਹੈਗੀ, ਬਿਲਕੁਲ, ਜਿਹੜੀ ਇਸ ਵੇਲੇ ਕੁਝ ਕਾਰਨਾਂ ਕਰਕੇ ਯੂਨੀਅਨ ਟੈਰੀਟਰੀ ਆ ਔਰ ਦੋ ਸੂਬਿਆਂ ਦੀ ਸਾਂਝੀ ਰਾਜਧਾਨੀ ਹੈ, ਤੁਸੀਂ ਉਸ ਯੂਨੀਅਨ ਟੈਰੀਟਰੀ ਵਿੱਚ ਕੋਈ ਆਮ ਯੂਨੀਅਨ ਟੈਰੀਟਰੀ ਨਹੀਂ ਹੈਗੀ। ਜੇ ਫॉर एग्जांपल ਕੋਈ ਆਮ ਯੂਨੀਅਨ ਟੈਰੀਟਰੀ ਹੋਵੇ ਫਿਰ ਕੇਂਦਰ ਦੀ ਸਰਕਾਰ ਸਰਵਿਸ ਕੰਡੀਸ਼ਨ ਉਹ ਲਾਵੇ, ਸਾਨੂੰ ਉਸ ਗੱਲ ਤੇ ਕੋਈ ਆਪੱਤੀ ਨਹੀਂ ਹੋਏਗੀ। ਪਰੰਤੂ ਚੰਡੀਗੜ੍ਹ ਇੱਕ ਆਮ ਸ਼ਬਦਾਂ 'ਚ ਜੇ ਆਪਾਂ ਕਹੀਏ ਇੱਕ ਆਮ ਯੂਨੀਅਨ ਟੈਰੀਟਰੀ ਨਹੀਂ ਹੈਗੀ। ਚੰਡੀਗੜ੍ਹ ਤਾਂ ਦੋ ਸੂਬਿਆਂ ਦੀ ਸਾਂਝੀ ਕੈਪੀਟਲ ਹੈਗੀ ਆ। ਸੋ ਇਹੋ ਜਿਹੀ ਹੀ ਯੂਨੀਅਨ ਟੈਰੀਟਰੀ ਵਿੱਚ ਜਿਹੜੀ ਦੋ ਸੂਬਿਆਂ ਦੀ ਕੈਪੀਟਲ ਹੈਗੀ ਆ, ਤੁਸੀਂ ਕੇਂਦਰ ਦੇ ਸਰਵਿਸ ਰੂਲ ਲਾ ਦਿੱਤੇ ਗਏ ਨੇ ਹੈ ਜੀ, ਜਿਹਦਾ ਮਾਇਨਾ ਇਹ ਹੋਇਆ ਕਿ ਤੁਸੀਂ ਸਰਵਿਸ ਕੰਡੀਸ਼ਨ ਪੱਖੋਂ ਚੰਡੀਗੜ੍ਹ ਯੂਨੀਅਨ ਟੈਰੀਟਰੀ ਨੂੰ ਯੂਨੀਅਨ ਟੈਰੀਟਰੀ ਰੱਖਦੇ ਹੋਏ ਬਾਕੀ ਯੂਨੀਅਨ ਟੈਰੀਟਰੀ ਦਾ ਦਰਜਾ ਦੇ ਦਿੱਤਾ। ਜਿਹੜਾ ਚੰਡੀਗੜ੍ਹ ਨੂੰ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ ਔਰ ਦੇਖਿਆ ਜਾਂਦਾ ਰਹੇਗਾ, ਉਸ ਗੱਲ ਨੂੰ ਤੁਸੀਂ ਪਿੱਛੇ ਰੱਖਦੇ ਹੋਏ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹੋ ਕਿ ਜੀ ਕਿ ਚੰਡੀਗੜ੍ਹ ਤਾਂ ਯੂਨੀਅਨ ਟੈਰੀਟਰੀ ਹੀ ਰਹੇਗਾ। ਸੋ ਇਹ ਬੇਸਿਕ ਆਪੱਤੀ ਹੈਗੀ ਆ ਪੰਜਾਬ ਦੀਆਂ ਪੋਲੀਟੀਕਲ ਪਾਰਟੀਜ਼ ਨੂੰ, ਇਨਕਲੂਡਿੰਗ BJP। ਸੋ ਸੈਸ਼ਨ ਬਣਾਉਣ ਨਾਲ ਕੀ ਹੋਏਗਾ? ਸੈਸ਼ਨ ਬੁਲਾਉਣ ਨਾਲ ਇੱਕ ਖਾਸ ਕਿਸਮ ਦਾ ਪੋਲੀਟੀਕਲ ਪ੍ਰੈਸ਼ਰ ਕਹਿ ਲਓ, ਮੋਰਲ ਪ੍ਰੈਸ਼ਰ ਕਹਿ ਲਓ, ਉਹ ਸੈਂਟਰ ਗਵਰਨਮੈਂਟ ਤੇ ਪਵੇਗਾ। ਜੇ ਸਾਰੀਆਂ ਪਾਰਟੀਆਂ ਸਹਿਮਤੀ ਨਾਲ ਅਸੈਂਬਲੀ ਵਿੱਚ ਇਹ ਮਤਾ ਪਾਸ ਕਰ ਦਿੰਦੀਆਂ ਨੇ ਕਿ ਸਾਨੂੰ ਇਸ ਗੱਲ ਤੇ ਆਪੱਤੀ ਹੈ, ਨਾਲ ਇਸ ਗੱਲ ਤੋਂ ਅੱਗੇ ਵੀ ਜਾ ਸਕਦੀਆਂ ਨੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਸ਼ਹਿਰ ਬਣਿਆ ਤੇ ਚੰਡੀਗੜ੍ਹ ਨੇ ਪੰਜਾਬ ਦੀ ਰਾਜਧਾਨੀ ਬਣਨਾ, ਤੇ ਇਸ ਪਾਸੇ ਵੀ ਗੱਲ ਜਾ ਸਕਦੀ ਹੈ ਕਿ ਹਰਿਆਣੇ ਨੂੰ ਯੂਨੀਅਨ ਟੈਰੀਟਰੀ ਦੇਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਹੈ ਜੀ। ਸੋ ਪੰਜਾਬ ਦੀ BJP ਜਿਹੜੀ ਮਤਲਬ ਸਮੇਂ ਸਿਰ ਇਹ ਗੱਲ ਕਹਿੰਦੀ ਹੈ ਕਿ ਜੀ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਤੇ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਹੀ ਬਣੇਗੀ। ਤੇ ਫਿਰ ਜੇ BJP ਇਹ ਗੱਲ ਕਹਿੰਦੀ ਹੈ, ਪੰਜਾਬ ਦੀ BJP ਯੂਨਿਟ ਇਹ ਗੱਲ ਕਹਿੰਦੀ ਹੈ, ਹਰਿਆਣਾ ਵਿੱਚ ਵੀ BJP ਦੀ ਸਰਕਾਰ ਹੈ, ਕੇਂਦਰ ਵਿੱਚ ਵੀ BJP ਦੀ ਸਰਕਾਰ ਹੈ, ਫਿਰ ਇਹ BJP ਵਾਲੇ ਕੇਂਦਰ ਦੀ ਸਰਕਾਰ ਨੂੰ ਜਾ ਕੇ ਕਹਿਣ ਹੈ ਜੀ ਵੀ ਜੇ ਤੁਸੀਂ ਕੱਲ ਇਸ ਗੱਲ ਦਾ ਪ੍ਰਬੰਧ ਕਰਨਾ ਹੈ ਕਿ ਹਰਿਆਣੇ ਨੂੰ ਅਲੱਗ ਕੈਪੀਟਲ ਦੇਣੀ ਹੈ, ਅੱਜ ਕਿਉਂ ਨਹੀਂ? ਬਿਲਕੁਲ 56 ਸਾਲ ਲੰਘ ਕੇ 56 ਸਾਲ ਲੰਘਣਾ ਕੋਈ ਥੋੜਾ ਸਮਾਂ? 56 ਸਾਲ ਕਿਉਂ ਨਹੀਂ ਤੁਸੀਂ ਇਸ ਗੱਲ ਦਾ ਫੈਸਲਾ ਕਰ ਸਕੇ ਕਿ ਚੰਡੀਗੜ੍ਹ ਜਿਹੜੀ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਸ਼ਹਿਰ ਵਸਿਆ ਤੇ ਫਿਰ ਉਹ ਪੰਜਾਬ ਦੀ ਕੈਪੀਟਲ ਕਿਉਂ ਨਹੀਂ ਬਣਿਆ? 56 ਸਾਲ ਪੰਜਾਬ ਨੂੰ ਉਹਦੀ ਰਾਜਧਾਨੀ ਤੋਂ ਵਾਂਝੇ ਰੱਖਣਾ ਤੇ ਚੰਡੀਗੜ੍ਹ ਨੂੰ ਇੱਕ ਯੂਨੀਅਨ ਟੈਰੀਟਰੀ ਬਣਾਉਣਾ, ਇਹ ਪੰਜਾਬ ਨਾਲ ਧੱਕਾ ਹੈ। ਸੋ ਸੈਸ਼ਨ ਬੁਲਾ ਕੇ ਸੈਸ਼ਨ ਬੁਲਾ ਕੇ ਤੁਸੀਂ ਇਸ ਮੁੱਦੇ ਨੂੰ ਸੈਂਟਰ ਸਟੇਜ ਤੇ ਲਿਆਉਣਾ ਚਾਹੁੰਦੇ ਹੋ ਤੇ ਤੁਸੀਂ ਇੱਕ ਤਰ੍ਹਾਂ ਦੀ ਹੁਣ ਨਾ ਪਬਲਿਕ ਦੇਖੋ, ਜੇ ਇਹ ਸੈਸ਼ਨ ਦਾ BJP ਬਾਈਕਾਟ ਕਰਦੀ ਹੈ ਉਹਦਾ ਵੀ ਮੀਨਿੰਗ ਕੱਢਿਆ ਜਾਏਗਾ। ਜੇ BJP ਪਾਰਟਿਸਿਪੇਟ ਕਰਕੇ ਉਹ ਲਾਈਨ ਨਹੀਂ ਲੈਂਦੀ ਜਿਹੜੀ ਬਾਕੀ ਪੋਲੀਟੀਕਲ ਪਾਰਟੀ ਦੀ ਲਾਈਨ ਹੈ, ਫਿਰ ਵੀ BJP ਐਕਸਪੋਜ਼ ਹੁੰਦੀ ਹੈ। ਸੋ BJP ਨੂੰ ਹੁਣ ਅਸੈਂਬਲੀ ਵਿੱਚ ਆ ਕੇ ਜਿਹੜਾ ਸਟੈਂਡ ਸਮੇਂ ਸਿਰ BJP ਲੈਂਦੀ ਰਹੀ ਹੈ ਉਹ ਪਬਲਿਕਲੀ ਲੈਣਾ ਪਏਗਾ
ਕਿ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਬਣਿਆ ਔਰ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਬਣਨਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਕੋਈ ਇਸ ਮਸਲੇ ਦੇ ਹੱਲ ਵਾਲੇ ਪਾਸੇ ਨੂੰ ਵਧਿਆ ਜਾਊਗਾ ਜਾਂ ਫਿਰ ਇਸ ਤੋਂ ਇਲਾਵਾ ਵੀ ਕੋਈ ਪੁਖਤਾ ਜਿਹੜੇ ਆ ਕਦਮ ਚੱਕਣੇ ਪੈਣਗੇ? ਜਿਵੇਂ ਕੁਝ ਲੀਡਰ ਜਿਹੜੇ ਕਹਿੰਦੇ ਆ ਕਿ ਅਸੀਂ ਕੋਰਟ ਵੀ ਜਾਵਾਂਗੇ, ਕੀ ਮਸਲੇ ਦਾ ਹੱਲ ਹੈਗਾ ਇਹਦਾ? ਫਿਰ ਦੇਖੋ, ਇਹ ਮਸਲਾ, ਇਹਦਾ ਹੱਲ ਤਾਂ ਬੇਸਿਕਲੀ ਪੋਲੀਟੀਕਲ ਹੈ। ਕੋਰਟ ਇਹੋ ਜਿਹੇ ਮਾਮਲਿਆਂ ਵਿੱਚ ਆਮ ਤੌਰ ਤੇ ਜਿਹੜੀ ਹਾਈ ਕੋਰਟਸ, ਸੁਪਰੀਮ ਕੋਰਟ ਇੰਟਰਫੀਅਰ ਨਹੀਂ ਕਰਦੇ, ਇਹ ਪੋਲੀਟੀਕਲ ਡਿਸੀਜਨਸ ਹੈਗੇ ਨੇ। ਹਾਂ, ਇਹ ਗੱਲ ਜ਼ਰੂਰ ਹੈਗੀ ਹੈ ਕਿ ਜੇ ਇਹ ਪੋਲੀਟੀਕਲ ਡਿਸੀਜਨਸ ਨੇ, ਫਿਰ ਇਸ ਡਿਸੀਜਨ ਨੂੰ ਠੰਡੇ ਬਸਤੇ ਵਿੱਚੋਂ ਕੱਢ ਕੇ ਜਦੋਂ ਤੁਸੀਂ ਸਪੈਸ਼ਲ ਸੈਸ਼ਨ ਬੁਲਾ ਰਹੇ ਹੋ ਤੇ ਬੁਲਾ ਕੇ ਰੈਜ਼ੋਲੂਸ਼ਨ ਪਾਸ ਕਰ ਰਹੇ ਹੋ, ਸੈਂਟਰ ਗਵਰਨਮੈਂਟ ਨੂੰ ਭੇਜ ਰਹੇ ਹੋ, ਫਿਰ ਜਿਹੜਾ ਇਹ ਚੰਡੀਗੜ੍ਹ ਦਾ ਯੂਨੀਅਨ ਟੈਰੀਟਰੀ ਦੇ ਤੌਰ ਤੇ ਰਹਿਣਾ, ਪੰਜਾਬ ਦੀ ਕੈਪੀਟਲ ਨਾ ਬਣਨ ਵਾਲਾ ਮੁੱਦਾ ਠੰਡੇ ਬਸਤੇ ਤੋਂ ਬਾਹਰ ਤਾਂ ਆਏਗਾ ਜੀ। ਸੋ ਹੱਲ ਤਾਂ ਅਲਟੀਮੇਟਲੀ ਇਹ ਸੈਂਟਰ ਗਵਰਨਮੈਂਟ ਦੀ ਕਨਾਇਮੈਂਸ ਤੋਂ ਬਿਨਾਂ, ਉਹਨਾਂ ਦੀ ਅਪਰੂਵਲ ਤੋਂ ਬਿਨਾਂ ਤੇ ਹੋ ਨਹੀਂ ਸਕਦਾ। ਸੈਂਟਰ ਗਵਰਨਮੈਂਟ ਦਾ ਇਸ ਗੱਲ 'ਚ ਰੋਲ ਹੈਗਾ, ਕਿਉਂਕਿ ਸੈਂਟਰ ਗਵਰਨਮੈਂਟ ਤੋਂ ਬਿਨਾਂ ਨਾ ਕੋਈ ਸਟੇਟ ਬਣ ਸਕਦਾ, ਨਾ ਕੋਈ ਯੂਨਿਟਰੀ ਟੈਰੀਟਰੀ ਬਣ ਸਕਦੀ ਹੈ। ਇਹ ਸੈਂਟਰ ਗਵਰਨਮੈਂਟ ਦੇ ਅਧਿਕਾਰ ਖੇਤਰ ਵਿੱਚ ਹੈ। ਪੰਜਾਬ ਦੀ ਸਰਕਾਰ ਤਾਂ ਪ੍ਰੈਸ਼ਰ ਬਣਾ ਸਕਦੀ ਹੈ। ਪੋਲੀਟੀਕਲ ਪਾਰਟੀਜ਼ ਜਦੋਂ ਬਾਕੀ ਮੁਲਕ ਦੇ ਹਿੱਸਿਆਂ ਵਿੱਚ ਸਟੇਟਸ ਬਣੇ ਤੇ ਸਟੇਟਾਂ ਦੀਆਂ ਰਾਜਧਾਨੀਆਂ ਬਣੀਆਂ, ਉਦੋਂ ਵੀ ਤਾਂ ਪ੍ਰੈਸ਼ਰ, ਤੇਲੰਗਾਨਾ ਨਹੀਂ ਬਣਿਆ ਆਂਧਰਾ ਤੋਂ, ਤੇਲੰਗਾਨਾ ਬਣਿਆ, ਆਂਧਰਾ ਬਣਿਆ, ਉਹਨਾਂ ਦੀ ਕੈਪੀਟਲ ਬਣ ਰਹੀ ਹੈ। ਛੱਤੀਸਗੜ੍ਹ ਬਣਿਆ, ਉੱਤਰਾਖੰਡ ਬਣਿਆ। ਇਹ ਜਿਹੜੇ ਸਟੇਟ ਬਣੇ, ਉਹਨਾਂ ਨੂੰ ਕੈਪੀਟਲਸ ਦਿੱਤੀਆਂ ਗਈਆਂ, ਉਹ ਥੱਲਿਓਂ ਲੋਕਾਂ ਤੋਂ ਦੇ ਪੱਧਰ ਤੋਂ ਮੂਵਮੈਂਟ ਉੱਠੀ, ਉੱਪਰ ਨੂੰ ਗਈ, ਪਾਰਟੀਆਂ ਨੇ ਮੰਨੀ। ਸੋ ਪਾਰਟੀਆਂ ਜਦੋਂ ਕੋਈ ਮੂਵਮੈਂਟ ਧਰਾਤਲ ਤੇ ਆਪਣਾ ਉੱਠਦੀ ਹੈ, ਫਿਰ ਉੱਠ ਕੇ ਮੰਗ ਬਣਦੀ ਹੈ, ਕੇਂਦਰ ਦੀਆਂ ਸਰਕਾਰਾਂ ਉਹਦਾ ਨੋਟ ਲੈਂਦੀਆਂ ਨੇ। ਸੋ ਜੇ ਪੰਜਾਬ ਦੀ ਸਰਕਾਰ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਮੁੱਦੇ ਤੇ ਇਸ ਗੱਲ ਦਾ ਕੋਈ ਕਿਸੇ ਕਿਸਮ ਦਾ ਕੋਈ ਰੈਜ਼ੋਲੂਸ਼ਨ ਪਾਸ ਕਰਦੀ ਹੈ, ਤੇ ਇਸ ਗੱਲ ਨਾਲ ਜਿਹੜਾ ਚੰਡੀਗੜ੍ਹ ਦਾ ਮਸਲਾ ਪਿਛਲੇ ਕਾਫੀ ਸਮੇਂ ਤੋਂ ਠੰਡੇ ਬਸਤੇ 'ਚ ਪਿਆ, ਹੁਣ ਤਾਂ ਨਾ ਬੜੀ ਦੇਰ ਤੋਂ ਮਤਲਬ ਅਕਾਲੀ ਦਲ ਜਿਹੜਾ ਹਮੇਸ਼ਾ ਹੀ ਚੰਡੀਗੜ੍ਹ ਦੀ, ਪੰਜਾਬੀ ਸੂਬਿਆਂ ਦੀ, ਪੰਜਾਬ ਦੇ ਪਾਣੀਆਂ ਦੇ ਮਸਲੇ ਦੀ ਗੱਲ ਨੂੰ ਬਿਲਕੁਲ ਸੈਂਟਰ ਸਟੇਜ ਤੇ ਰੱਖਦਾ ਰਿਹਾ, ਹੁਣ ਤਾਂ ਕਈ ਚਿਰ ਤੋਂ ਅਕਾਲੀ ਦਲ ਵੀ ਇਸ ਮੁੱਦੇ ਤੇ ਠੰਡਾ ਪੈ ਗਿਆ ਸੀਗਾ, ਹੈ ਜੀ। ਸੋ ਹੁਣ ਘੱਟੋ ਘੱਟ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾਇਆ, ਕਾਂਗਰਸ ਵੀ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਜੀ, ਤੇ ਬੀਜੇਪੀ ਵੀ ਲੱਗਦਾ ਇਹ ਆ ਕਿ ਪਾਰਟਿਸਿਪੇਟ ਕਰੇਗੀ, ਕਿਉਂਕਿ ਜੇ ਬੀਜੇਪੀ ਨੇ ਪੰਜਾਬ ਵਿੱਚ ਰੈਲੇਵੈਂਟ ਰਹਿਣਾ, ਫਿਰ ਬੀਜੇਪੀ ਨੂੰ ਚੰਡੀਗੜ੍ਹ ਦੇ ਮੁੱਦੇ ਤੇ ਇੱਕ ਸਟੈਂਡ ਲੈਣਾ ਪਏਗਾ, ਪਾਣੀਆਂ ਦੇ ਮੁੱਦੇ ਤੇ ਸਟੈਂਡ ਲੈਣਾ ਪਏਗਾ। ਬੀਜੇਪੀ ਪੰਜਾਬ ਵਿੱਚ ਐਂਟੀ ਪੰਜਾਬ ਸਟੈਂਡ ਲੈ ਕੇ, ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਉਹ ਯੂਨਿਟ ਆਪਣੇ ਚੰਡੀਗੜ੍ਹ ਦੀ ਐਜ਼ ਕੈਪੀਟਲ ਦਾ ਮੁੱਦਾ ਹੋਵੇ, ਇਹਨਾਂ ਮੁੱਦਿਆਂ ਤੇ ਐਂਟੀ ਪੰਜਾਬ ਸਟੈਂਡ ਲੈ ਕੇ ਕੋਈ ਪਾਰਟੀ ਪੰਜਾਬ ਵਿੱਚ ਰੈਲੇਵੈਂਟ ਨਹੀਂ ਰਹਿ ਸਕਦੀ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਕੋਈ ਹੋਰ ਪਾਰਟੀ ਹੋਵੇ। ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਮਿਹਰਬਾਨੀ। ਇਹ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਆਪਣੇ ਕੀਮਤੀ ਵਿਚਾਰ ਜਿਹੜੇ ਆ ਉਹ ਸਾਂਝੇ ਕੀਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਜਿਹੜੇ ਕੀਮਤੀ ਵਿਚਾਰ ਉਹਨਾਂ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਉਹ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।